ਇੱਕ ਵਾਰ ਫੇਰ ਇਹ ਵਿਚਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੋ ਸਿੰਘ ਸਾਹਿਬ ਇਕਬਾਲ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਪਟਨਾ ਸਾਹਿਬ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਸ੍ਰੀ ਰਾਮਚੰਦਰ ਜੀ ਸਿੱਖਾਂ ਦੇ ਗੁਰੂਆਂ ਦੇ ਪੂਰਵਜ ਹਨ। ਸਿੱਖ ਗੁਰੂ ਸਾਹਿਬਾਨ ਜੋ ਹੋਏ ਹਨ ਉਹ ਰਾਮਚੰਦਰ ਜੀ ਦੀ ਅੰਸ਼ ਵੰਸ਼ ਵਿੱਚੋਂ ਹਨ। ਸਿੰਘ ਸਾਹਿਬ ਜੀ ਵੱਲੋਂ ਜਿਹੜੀ ਇਹ ਵਿਚਾਰ ਰੱਖੀ ਗਈ ਹੈ ਉਹ ਵਿਚਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੀ ਬੰਸਾਵਲੀ ਦਿੱਤੀ ਹੈ, ਆਪਣੀ ਕੁੱਲ ਦੀ, ਆਪਣੀ ਵੰਸ਼ ਦੀ ਜੋ ਬੰਸਾਵਲੀ ਲਿਖੀ ਹੈ ਦਸਮ ਬਾਣੀ ਦੇ ਦੁਆਰਾ, ਉਹ ਉਸ ਨੂੰ ਕੋਡ ਕਰਕੇ ਬੋਲ ਰਹੇ ਸਨ। ਪਰ ਮੈਂ ਸਮਝਦਾ ਹਾਂ ਵੀ ਇਸ ਨੂੰ ਸਿੱਖ ਸਮਾਜ ਕਿਸ ਸੰਦਰਭ ਦੇ ਵਿੱਚ ਲਵੇ, ਕਿਸ ਨਜ਼ਰੀਏ ਦੇ ਵਿੱਚ ਲਵੇ, ਕਿਸ ਤਰ੍ਹਾਂ ਇਸ ਨੂੰ ਦੇਖਣਾ ਚਾਹੀਦਾ ਹੈ। ਇੱਕ ਗੱਲ ਤਾਂ ਬਹੁਤ ਸਪਸ਼ਟ ਹੋ ਜਾਂਦੀ ਹੈ ਗੁਰ ਇਤਿਹਾਸ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ, ਕਿ ਸਿੱਖੀ ਦਾ ਜੋ ਜਨਮ ਹੈ ਉਹ ਸ਼ਬਦ ਦੇ ਵਿੱਚੋਂ ਹੋਇਆ ਹੈ। ਸਿੱਖ ਦਾ ਜਨਮ ਸ਼ਬਦ ਦੇ ਵਿੱਚੋਂ ਹੋਇਆ ਹੈ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਸ਼ਬਦ ਦੇ ਦੁਆਰਾ ਗੁਣਾਂ ਦੀ ਸਾਂਝ ਦੀ ਗੱਲ ਕੀਤੀ ਹੈ, ਵੰਸ਼ਵਾਦ ਦੀ ਗੱਲ ਨਹੀਂ ਕੀਤੀ। ਨਾ ਤੇ ਸਿੱਖ ਧਰਮ ਵੰਸ਼ਵਾਦ ਦੇ ਵਿੱਚੋਂ ਪੈਦਾ ਹੋਇਆ ਹੈ ਤੇ ਨਾ ਹੀ ਇਹ ਵੰਸ਼ਵਾਦ ਦੇ ਆਸਰੇ ਤੇ ਚੱਲਦਾ ਹੈ। ਸੋ ਇਸ ਕਰਕੇ ਇਹ ਗੱਲ ਕੋਈ ਬਹੁਤੀ ਵੱਡੀ ਨਹੀਂ ਹੈ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਹੜਾ ਸਿੱਖ ਗੁਰੂ ਸਾਹਿਬਾਨ ਹੋਏ ਹਨ ਉਹ ਰਾਮਚੰਦਰ ਜੀ ਦੇ ਵੰਸ਼ ਵਿੱਚੋਂ ਹਨ। ਇਹ ਕੋਈ ਬਹੁਤ ਵੱਡਾ ਵਿਸ਼ਾ ਨਹੀਂ ਹੈ। ਵੰਸ਼ ਤਾਂ ਕਿਸੇ ਨਾ ਕਿਸੇ ਦੇ ਨਾਲ ਰਲਦੀ ਹੀ ਹੈ, ਪਰ ਵਿਚਾਰਨ ਵਾਲੀ ਗੱਲ ਇਹ ਹੈ ਵੀ ਜਿੰਨਾ ਜ਼ੋਰ ਦੇ ਕੇ ਸਾਡੇ ਸਿੱਖ ਬੁੱਧੀਜੀਵੀ ਇਸ ਗੱਲ ਨੂੰ ਕਹਿੰਦੇ ਹਨ ਕਿ ਭਾਰਤ ਦੇ ਬ੍ਰਾਹਮਣ ਨੇ ਇਸ ਗੱਲ ਨੂੰ ਕਦੇ ਕਬੂਲਿਆ, ਕਿ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਵੀ ਵਾਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਰਾਮਚੰਦਰ ਜੀ ਦੇ ਵੰਸ਼ਜ ਹਨ। ਜੇ ਉਹ ਰਾਮਚੰਦਰ ਜੀ ਦੇ ਵੰਸ਼ਜ ਮੰਨਦੇ ਹਨ ਬ੍ਰਾਹਮਣ ਜੋ ਹੈ, ਜਾਂ ਜੋ ਸਨਾਤਨੀ ਵੀਰ ਹਨ ਇਸ ਭਾਰਤ ਖੰਡ ਦੇ ਵਿੱਚ ਰਹਿਣ ਵਾਲੇ, ਜੇ ਉਹ ਇਹ ਗੱਲ ਮੰਨਦੇ ਹਨ ਬਈ ਗੁਰੂ ਸਾਹਿਬਾਨ ਜੋ ਹਨ ਉਹ ਰਾਮਚੰਦਰ ਜੀ ਦੇ ਵੰਸ਼ਜ ਹਨ, ਤੇ ਫਿਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਗੱਲ ਮੰਨਣੀ ਚਾਹੀਦੀ ਹੈ। ਫਿਰ ਉਹਨਾਂ ਨੂੰ ਗੁਰੂ ਸਿਧਾਂਤ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਫਿਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਬਣ ਜਾਣਾ ਚਾਹੀਦਾ ਹੈ, ਕਿਉਂਕਿ ਰਾਮਚੰਦਰ ਤ੍ਰੇਤੇ ਵਿੱਚ ਹੋਏ ਹਨ। ਤੇ ਤ੍ਰੇਤੇ ਦੇ ਵਿੱਚ ਜੇ ਸਾਡਾ ਜਨਮ ਹੁੰਦਾ ਜਾਂ ਉਸ ਸਮੇਂ ਅਸੀਂ ਹੁੰਦੇ ਤੇ ਅਸੀਂ ਉਹਨਾਂ ਨੂੰ ਆਪਣੇ ਪੈਰੋਕਾਰ, ਆਪਣੇ ਅਵਤਾਰ ਜਾਂ ਆਪਣੇ ਰਹਿਬਰ ਅਸੀਂ ਮੰਨ ਕੇ ਚੱਲ ਸਕਦੇ ਹਾਂ, ਮੰਨ ਕੇ ਚੱਲਦੇ ਹੋਵਾਂਗੇ ਜਦੋਂ ਅਸੀਂ ਉਸ ਯੁੱਗ ਦੇ ਵਿੱਚ ਰਹੇ ਹੋਵਾਂਗੇ। ਪਰ ਅੱਜ ਜਦੋਂ ਉਹ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੰਸ਼ਜ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਉਹ ਵੰਸ਼ਜ ਹਨ, ਤਾਂ ਫਿਰ ਸਾਨੂੰ ਆਪਣੇ ਪਿਤਾ ਦੀ ਗੱਲ ਮੰਨਣੀ ਚਾਹੀਦੀ ਹੈ। ਫਿਰ ਸਾਨੂੰ ਆਪਣੇ ਪਿਤਾ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ, ਕਿਉਂਕਿ ਉਹ ਤ੍ਰੇਤੇ ਦੇ ਵਿੱਚ ਹੋਏ ਹਨ। ਕਲਯੁੱਗ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰਕੇ ਗਏ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਭਾਰਤ ਖੰਡ ਦੇ ਵਾਸਤੇ ਕੀ ਨਹੀਂ ਕੀਤਾ। ਸੋ ਅਗਰ ਇਨਸਾਨੀਅਤ ਅਤੇ ਵਫਾਦਾਰੀ ਅਤੇ ਸੂਝਮਤਾ ਦਾ ਪ੍ਰਤੀਕ ਇੱਥੋਂ ਦਾ ਜੋ ਬ੍ਰਾਹਮਣ ਸਮਾਜ ਹੈ ਜਾਂ ਜੋ ਸਨਾਤਨੀ ਵੀਰ ਹਨ, ਜਿਨ੍ਹਾਂ ਨੂੰ ਅੱਜ ਅਸੀਂ ਹਿੰਦੂ ਵੀਰ ਵੀ ਕਹਿੰਦੇ ਹਾਂ, ਅਗਰ ਉਹ ਇਹ ਗੱਲ ਮੰਨਦੇ ਹਨ ਤੇ ਉਹਨਾਂ ਨੂੰ ਇਹ ਗੱਲ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੀ ਚਾਹੀਦੀ ਹੈ ਵੀ ਅਗਰ ਉਹ ਇਹ ਗੱਲ ਕਹਿੰਦੇ ਹਨ, ਕਿਉਂਕਿ ਸਾਡਾ ਸਿੱਖ ਬੁੱਧੀਜੀਵੀ ਤੇ ਬਾਰ-ਬਾਰ ਇਹ ਗੱਲ ਕਹਿੰਦਾ ਹੈ, ਲੇਕਿਨ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ। ਜੋ ਬ੍ਰਾਹਮਣ ਵਰਗ ਹੈ, ਜੋ ਵਿਦਵਾਨ ਹਨ, ਸਨਾਤਨ ਮੱਤ ਦਾ ਜੋ ਲੋਕ ਹਨ, ਬਹੁ ਗਿਣਤੀ ਲੋਕ ਇਸ ਗੱਲ ਨੂੰ ਮੰਨਦੇ ਨਹੀਂ ਹਨ। ਉਹੀ ਇਸ ਗੱਲ ਨੂੰ ਖੰਡਨ ਕਰਦੇ ਹਨ ਬਈ ਸਿੱਖ ਗੁਰੂ ਸਾਹਿਬਾਨ ਜੋ ਹਨ ਉਹ ਰਾਮਚੰਦਰ ਦੇ ਵੰਸ਼ਜ ਨਹੀਂ ਹਨ। ਉਹ ਨਹੀਂ ਮੰਨਦੇ ਇਸ ਗੱਲ ਨੂੰ। ਅਗਰ ਉਹ ਕਹਿੰਦੇ ਹਨ ਵੀ ਹਨ ਤੇ ਫਿਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਚੱਲਣਾ ਚਾਹੀਦਾ ਹੈ। ਫਿਰ ਮੰਦਰ ਜੋ ਹੈ ਉਹ ਤ੍ਰੇਤਾ ਯੁੱਗ ਦਾ ਵਿਸ਼ਾ ਹੈ। ਕਲਯੁੱਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਮੂਰਤੀ ਪੂਜਾ ਦਾ ਖੰਡਨ ਕਰਦੇ ਹੋਏ, ਕਰਮ ਕਾਂਡ ਦਾ ਖੰਡਨ ਕਰਦੇ ਹੋਏ, ਵਹਿਮਾਂ ਭਰਮਾਂ ਦਾ ਖੰਡਨ ਕਰਦੇ ਹੋਏ ਸਾਨੂੰ ਸਿੱਖੀ ਜੀਵਨ ਜਾਚ ਦਿੱਤੀ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿਧਾਂਤ ਦਿੱਤਾ ਹੈ। ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ। ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ। ਫਿਰ ਸਾਰੇ ਹੀ ਸਨਾਤਨ ਸਮਾਜ ਨੂੰ ਗੁਰੂ ਸਾਹਿਬ ਜੀ ਦੇ ਆਸੇ ਅਨੁਸਾਰ ਚੱਲਣ ਦੀ ਲੋੜ ਹੈ। ਸਾਰੇ ਬ੍ਰਾਹਮਣ ਵੀਰਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ। ਅਗਰ ਉਹ ਇਹ ਗੱਲ ਮੰਨਦੇ ਹਨ ਤਾਂ ਬੜੀ ਛੋਟੀ ਜੀ ਗੱਲ ਹੈ, ਬੜੀ ਸਧਾਰਨ ਜੀ ਗੱਲ ਹੈ। ਹਰ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਵੀ ਸਾਡੇ ਵੱਡੇ ਵਡੇਰੇ, ਸਾਡੇ ਪੂਰਵਜ ਕੀ ਕਰਦੇ ਰਹੇ, ਕੀ ਉਹਨਾਂ ਦੀ ਜੀਵਨ ਜਾਚ ਸੀ, ਕਿਸ ਤਰ੍ਹਾਂ ਉਹ ਉਸ ਸਮੇਂ ਰਹੇ, ਕਿਵੇਂ ਉਹ ਖੇਤੀ ਕਰਦੇ ਸੀ, ਕਿਵੇਂ ਵਪਾਰ ਕਰਦੇ ਸੀ, ਕਿਵੇਂ ਉਹ ਕਰਮ ਕਰਦੇ ਸੀ, ਕਿਵੇਂ ਉਹ ਰਾਜ ਕਰਦੇ ਸੀ। ਉਹ ਉਸ ਯੁੱਗ ਦਾ ਜਾਂ ਉਸ ਸਮੇਂ ਦਾ ਵਿਸ਼ਾ ਹੈ। ਵਰਤਮਾਨ ਦੇ ਵਿੱਚ ਹਰ ਬੱਚਾ
ਆਪਣੇ ਪਿਤਾ ਦੇ ਮਾਰਗਦਰਸ਼ਨ ਦੇ ਵਿੱਚ ਚੱਲਦਾ ਹੈ, ਆਪਣੇ ਪਿਤਾ ਤੋਂ ਮਾਰਗਦਰਸ਼ਨ ਲੈ ਕੇ ਉਹ ਜ਼ਿੰਦਗੀ ਦੀ ਸਫਲਤਾ ਹਾਸਲ ਕਰਦਾ ਹੈ। ਸੋ ਇਸੇ ਤਰ੍ਹਾਂ ਹੀ ਅਗਰ ਅਸੀਂ ਇਹ ਗੱਲ ਸਨਾਤਨ ਮਤ ਮੰਨਦਾ ਹੈ, ਬ੍ਰਾਹਮਣ ਸਮਾਜ ਇਹ ਗੱਲ ਮੰਨਦਾ ਹੈ ਵੀ ਸ਼੍ਰੀ ਰਾਮ ਚੰਦਰ ਜੀ ਦੇ ਵੰਸ਼ਜ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਤੇ ਪੂਰੀ ਇਮਾਨਦਾਰੀ ਦੇ ਨਾਲ ਸਨਾਤਨ ਮਤ ਨੂੰ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਫਲਸਫੇ ਦੇ ਉੱਤੇ ਚੱਲਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਇਸ਼ਟ ਗੁਰਦੇਵ ਮੰਨਣਾ ਚਾਹੀਦਾ ਹੈ। ਇਹਦੇ ਵਿੱਚ ਹੀ ਰਾਮਚੰਦਰ ਜੀ ਦੀ ਵੀ ਖੁਸ਼ੀ ਹੈ, ਇਹਦੇ ਵਿੱਚ ਕ੍ਰਿਸ਼ਨ ਜੀ ਦੀ ਵੀ ਖੁਸ਼ੀ ਹੈ ਜੋ ਦੁਆਪਰ ਦੇ ਵਿੱਚ ਹੋਏ ਹਨ, ਤੇ ਇਹਦੇ ਵਿੱਚ ਸਾਰੇ ਦੇਵੀ ਦੇਵਤਿਆਂ ਦੀ ਵੀ ਮੈਂ ਸਮਝਦਾ ਹਾਂ ਵੀ ਖੁਸ਼ੀ ਹੈ ਜਿਸ ਨੂੰ ਉਹ ਪੂਜਦੇ ਹਨ, ਕਿਉਂਕਿ ਵਰਤਮਾਨ ਸਮੇਂ ਦੇ ਵਿੱਚ ਸਭ ਤੋਂ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸਵਰੂਪ ਸਿਧਾਂਤ ਹੈ ਮਨੁੱਖਤਾ ਦੇ ਕੋਲ, ਤੇ ਸਾਰੀ ਮਨੁੱਖਤਾ ਦੇ ਵਾਸਤੇ ਕਲਿਆਣਕਾਰੀ ਹੈ। ਸੋ ਇਹ ਬਹੁਤ ਵੱਡੀ ਗੱਲ ਹੋਵੇਗੀ ਅਗਰ ਸਨਾਤਨ ਮਤ ਇਸ ਗੱਲ ਨੂੰ ਕਬੂਲ ਕਰ ਲਵੇ। ਅਗਰ ਸਾਡੇ ਬੁੱਧੀਜੀਵੀ ਜਿਹੜੇ ਇਹ ਗੱਲ ਕਹਿੰਦੇ ਹਨ ਤੇ ਉਹਨਾਂ ਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਸਨਾਤਨ ਮਤ ਨੂੰ, ਜਾਂ ਇੱਥੋਂ ਦੇ ਜਿਹੜੇ ਦੂਸਰਾ ਆਮ ਸਨਾਤਨ ਸਮਾਜਿਕ ਵਰਗ ਹੈ ਉਹਨੂੰ ਇਹ ਗੱਲ ਸਮਝਾਉਣ ਦੀ ਕਿ ਵਾਕਈ ਜੇ ਤੁਸੀਂ ਸਮਝਦੇ ਹੋ ਜੋ ਗੁਰੂ ਸਾਹਿਬਾਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਦੱਸਿਆ ਲਿਖਿਆ ਤੇ ਸਿੱਖ ਤੇ ਕਬੂਲ ਕਰਦਾ ਹੈ, ਮੰਨਦਾ ਹੈ ਇਸ ਚੀਜ਼ ਨੂੰ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਸਿਧਾਂਤ ਨੂੰ ਛੱਡ ਕੇ ਮੂਰਤੀ ਪੂਜਾ ਕਰਨ ਲੱਗ ਜਾਈਏ ਜਾਂ ਮੰਦਰਾਂ ਵਿੱਚ ਸਾਡਾ ਆਸ਼ਾ ਹੋਵੇ, ਮੰਦਰਾਂ ਦੇ ਉੱਤੇ ਸਾਡੀ ਆਸਥਾ ਹੋਵੇ। ਇਹ ਕਦੇ ਵੀ ਨਹੀਂ ਹੋ ਸਕਦਾ। ਇਹ ਇੱਕ ਕਿਸਮ ਦਾ ਆਪਣੇ ਪਿਤਾ ਪ੍ਰਤੀ, ਆਪਣੇ ਗੁਰੂ ਪ੍ਰਤੀ, ਆਪਣੇ ਇਸ਼ਟ ਪ੍ਰਤੀ ਇੱਕ ਬੇਵਫਾਈ ਹੋਵੇਗੀ, ਇੱਕ ਬੇਈਮਾਨੀ ਹੋਵੇਗੀ, ਇੱਕ ਧੋਖਾ ਹੋਵੇਗਾ। ਸੋ ਸਿੱਖ ਇਸ ਗੱਲ ਨੂੰ ਮੰਨਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਲਿਖਿਆ ਹੈ ਬਈ ਰਾਮਚੰਦਰ ਜੀ ਦੀ ਵੰਸ਼ ਜੋ ਹੈ ਉਹ ਗੁਰੂ ਸਾਹਿਬ ਜੀ ਦੇ ਨਾਲ ਜੁੜਦੀ ਹੈ, ਉਸ ਨਾਤੇ ਹਰ ਗੁਰਸਿੱਖ ਜਿਹੜਾ ਹੈ ਉਹ ਸਾਰੇ ਸਨਾਤਨੀ ਗ੍ਰੰਥਾਂ ਦਾ ਸਤਿਕਾਰ ਕਰਦਾ ਹੈ, ਸਾਰੇ ਇਸ਼ਟ ਜੋ ਹੋਏ ਹਨ ਉਹਨਾਂ ਦਾ ਵੀ ਸਤਿਕਾਰ ਕਰਦਾ ਹੈ, ਲੇਕਿਨ ਉਹ ਅਕਾਲ ਦਾ ਪੁਜਾਰੀ ਹੈ ਕਿਉਂਕਿ ਸਾਨੂੰ ਸਾਡੇ ਪਿਤਾ ਸਤਿਗੁਰ ਨੇ ਅਕਾਲ ਦੇ ਨਾਲ ਜੋੜਿਆ, ਅਕਾਲ ਪੁਰਖ ਦੀ ਭਗਤੀ ਦਿੱਤੀ ਹੈ, ਅਕਾਲ ਪੁਰਖ ਦੀ ਸਾਨੂੰ ਉਹਨਾਂ ਨੇ ਭਾਵਨਾ ਪ੍ਰੇਮ ਬਖਸ਼ਿਸ਼ ਕੀਤਾ ਹੈ ਵੀ ਤੁਸੀਂ ਅਕਾਲ ਨੂੰ ਮੰਨਣਾ, ਕਿਸੇ ਦੇਵੀ ਸ਼ਕਤੀ ਨੂੰ ਕਿਸੇ ਵੀ ਹੋਰ ਨੂੰ ਨਹੀਂ ਤੁਸੀਂ ਪੂਜਣਾ, ਇੱਕ ਅਕਾਲ ਦੀ ਪੂਜਾ ਕਰਨੀ ਹੈ। ਉਸ ਨਾਤੇ ਵਫਾਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ ਸਿੱਖ ਜੋ ਹੈ ਆਪਣੇ ਗੁਰੂ ਸਾਹਿਬਾਨ ਜੋ ਕਲਯੁਗ ਦੇ ਵਿੱਚ ਸਾਨੂੰ ਉਪਦੇਸ਼ ਦੇ ਕੇ ਗਏ, ਸ਼ਬਦ ਦੇ ਲੜ ਲਾ ਕੇ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਕੇ ਗਏ, ਸੋ ਸਾਨੂੰ ਉਹਨਾਂ ਦੇ ਆਸ਼ੇ ਅਨੁਸਾਰ ਚੱਲਣਾ ਚਾਹੀਦਾ ਹੈ ਤੇ ਸਾਰਾ ਸਿੱਖ ਸਮਾਜ ਚੱਲ ਰਿਹਾ ਹੈ। ਲੇਕਿਨ ਕਿਤੇ ਨਾ ਕਿਤੇ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਤੇ ਸਨਾਤਨ ਮਤ ਦੇ ਵਿੱਚੋਂ ਸਾਨੂੰ ਉਹ ਇਮਾਨਦਾਰੀ, ਉਹ ਵਫਾਦਾਰੀ ਜਿਹੜੀ ਹੈ ਉਹ ਨਜ਼ਰ ਨਹੀਂ ਆਉਂਦੀ। ਉਹ ਜਦੋਂ ਇਹ ਗੱਲ ਕਹਿੰਦੇ ਹਨ ਵੀ ਗੁਰੂ ਸਾਹਿਬ ਜੀ ਹਨ ਜੋ ਸਨਾਤਨ ਮਤ ਦੇ ਵਿੱਚੋਂ ਹਨ ਜਾਂ ਉਹ ਰਾਮਚੰਦਰ ਜੀ ਦੀ ਵੰਸ਼ ਵਿੱਚੋਂ ਹਨ, ਪਰ ਉਹਨਾਂ ਦਾ ਮਕਸਦ ਇਹ ਹੁੰਦਾ ਹੈ ਵੀ ਅਸੀਂ ਗੁਰੂ ਆਸ਼ੇ ਨੂੰ ਛੱਡ ਕੇ, ਗੁਰਮਤ ਨੂੰ ਛੱਡ ਕੇ, ਗੁਰੂ ਸਿਧਾਂਤ ਨੂੰ ਛੱਡ ਕੇ, ਤੇ ਤ੍ਰੇਤੇ ਯੁੱਗ ਦੇ ਵਿੱਚ ਜੋ ਜੀਵਨ ਜਾਚ ਰਹੀ, ਜੋ ਸਿਧਾਂਤ ਜੀਵਨ ਸਿਧਾਂਤ ਰਿਹਾ ਵੀ ਸਿੱਖ ਉਹਦੇ ਵੱਲ ਨੂੰ ਬੈਕ ਨੂੰ ਵਾਪਸ ਨੂੰ ਚਲਾ ਜਾਏ, ਜੋ ਕਦੇ ਵੀ ਨਹੀਂ ਹੋਣਾ ਚਾਹੀਦਾ, ਨਾ ਕਦੇ ਵੀ ਹੋ ਨਹੀਂ ਸਕਦਾ। ਸੋ ਇਸ ਕਰਕੇ ਇਹ ਜਿਹੜਾ ਮਸਲਾ ਹੈ, ਜਿਹੜਾ ਵੀ ਇਸ ਨੂੰ ਕਬੂਲ ਕਰਦਾ ਹੈ, ਜੋ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ, ਜਾਣਕਾਰੀ ਦਿੱਤੀ ਹੈ, ਗਿਆਨ ਬਖਸ਼ਿਆ ਹੈ, ਅਸੀਂ ਉਸ ਨੂੰ ਕਬੂਲ ਕਰਦੇ ਹੋਏ ਸਾਨੂੰ ਵੰਸ਼ਵਾਦ ਦੇ ਵਿੱਚ ਨਾ ਪੈ ਕਰਕੇ ਸਿਧਾਂਤ ਦੇ ਅਨੁਸਾਰ ਚੱਲਣਾ ਹੀ ਸਿੱਖੀ ਹੈ। ਸਿੱਖ ਵੰਸ਼ਵਾਦ ਨੂੰ ਨਹੀਂ ਮੰਨਦਾ। ਗੁਰੂ ਸਾਹਿਬ ਜੀ ਨੇ ਕਿਤੇ ਵੀ ਵੰਸ਼ਵਾਦ ਨੂੰ ਪ੍ਰਮੋਟ ਨਹੀਂ ਕੀਤਾ। ਜਾਤਾਂ ਪਾਤਾਂ ਦੇ ਨਾਲ ਜਾਂ ਕੁੱਲ ਦੇ ਵਿੱਚ ਪੈਦਾ ਹੋ ਕੇ ਵੀ ਜੋ ਹੈ ਉਹ ਤਾਂ ਹੀ ਸਤਿਕਾਰ ਪ੍ਰਾਪਤ ਹੋ ਸਕਦਾ ਹੈ ਅਗਰ ਉਹ ਮਨੁੱਖ ਗੁਰੂ ਆਸ਼ੇ ਅਨੁਸਾਰ ਚੱਲਦਾ ਹੈ, ਗੁਰੂ ਸਿਧਾਂਤ ਦੇ ਅਨੁਸਾਰ ਚੱਲਦਾ ਹੈ, ਉਹੀ ਪ੍ਰਵਾਨ ਹੈ। ਕਲਗੀਧਰ ਜੀ ਨੇ ਸਾਫ਼ ਕਿਹਾ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਸੋ ਵੰਸ਼ਵਾਦ ਦੀ ਕੋਈ ਵੀ ਗੱਲ ਗੁਰਮਤ ਦੇ ਵਿੱਚ ਨਹੀਂ ਹੈ। ਸਿੱਖ ਦੇ ਵਾਸਤੇ ਵੰਸ਼ਵਾਦ ਕੋਈ ਵਿਸ਼ਾ ਹੀ ਨਹੀਂ ਹੈ। ਲੇਕਿਨ ਸਨਾਤਨ ਮਤ ਅਗਰ ਇਹ ਗੱਲ ਕਬੂਲ ਕਰ ਲਵੇ ਕਿ ਰਾਮਚੰਦਰ ਜੀ ਦੇ ਵੰਸ਼ਜ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹਨ, ਤੇ ਮੈਂ ਸਮਝਦਾ ਹਾਂ ਵੀ ਉਹਨਾਂ ਨੂੰ ਇਮਾਨਦਾਰੀ ਦੇ ਨਾਲ, ਪੂਰੀ ਵਫਾਦਾਰੀ ਦੇ ਨਾਲ
ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ, ਜੋ ਸਾਰੀ ਮਨੁੱਖਤਾ ਦੇ ਵਾਸਤੇ ਕਲਿਆਣਕਾਰੀ ਹੈ, ਸਾਰਿਆਂ ਦੇ ਵਾਸਤੇ ਲਾਭਕਾਰੀ ਹੈ, ਸੁਖਕਾਰੀ ਹੈ।